रहन नहीं गहो कितनो, गर्भ बड़ो मूल इतनो, रहन नहीं गहो कितनो रहाओ, बेबरजत वेद संतना, वाहु स्यों रेहितनो, हार जुआर जुआ बिदे, इंद्री वस लै जितनो, हरन भरन संपूर्णा, चरण कमल रंग रितनो, नानक उदरे साध संग, कृपा निध मैं दितनो, हरन भरन संपूर्णा, चरण कमल रंग रितनो, नानक उदरे साध संग, कृपा निध मैं दितनो। वाहिगुरु जी का खालसा, वाहिगुरु जी की फतेह। गरीब नवाज भगत वत्सल सतगुरु गुरु ग्रंथ साहिब सच्चे पातशाह जियां दी पावन पवित्र मुकद्दस हजूरी विच जुड़ बैठ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੁਆਰਾ ਪਾਵਨ ਅਸਥਾਨ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਨ ਦੁਆਰਾ ਪਾਵਨ ਬਾਣੀ ਦੇ ਕੀਰਤਨ ਨੂੰ ਸਰਵਨ ਕਰਕੇ ਵਡਭਾਗੇ ਬਣ ਰਹੇ ਗੁਰੂ ਸਵਾਰਿਓ ਆਓ। ਜਿਸ ਤਰ੍ਹਾਂ ਆਪ ਨੇ ਬੜੇ ਪ੍ਰੇਮ ਸਹਿਤ ਇਕਾਗਰਤਾ ਦੇ ਨਾਲ ਪਾਵਨ ਬਾਣੀ ਦਾ ਕੀਰਤਨ ਗੁਰੂ ਪਿਆਰੇ ਰਾਗੀ ਸਿੰਘਾਂ ਪਾਸੋਂ ਸਰਵਨ ਕੀਤਾ ਹੈ, ਆਓ ਇਸੇ ਹੀ ਤਰ੍ਹਾਂ ਬੜੀ ਇਕਾਗਰਤਾ ਦੇ ਨਾਲ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨਾ ਹੈ। ਆਓ ਵਿਚਾਰ ਅਧੀਨ ਪਾਵਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਅਖਰੀ ਅਰਥ ਭਾਵ ਅਰਥਾਂ ਦੀ ਸਾਂਝ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਰਸਨਾ ਪਵਿੱਤਰ ਕਰਦਿਆਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਗੌੜੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ। ਗੌੜੀ ਮਹਿਲਾ ਪੰਜਵਾਂ। ਗਰਭ ਵੱਡੋ ਮੂਲ ਇਤਨੋ, ਰਹਿਣ ਨਹੀਂ ਗਹੋ ਕਿਤਨੋ।
ਰਹਾਓ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪੰਚਮ ਪਾਤਸ਼ਾਹ ਜੀ ਇਸ ਮਨੁੱਖ ਦੀ ਗੱਲ ਕਰਦਿਆਂ ਹੋਇਆ ਕਿਰਪਾ ਕਰ ਰਹੇ ਨੇ। ਕਹਿੰਦੇ, ਹੇ ਮਨੁੱਖ, ਤੂੰ ਕਦੇ ਸੋਚਿਆ ਨਹੀਂ ਕਿ ਤੂੰ ਕਿੰਨਾ ਜ਼ਿਆਦਾ ਹੰਕਾਰ ਦੇ ਨਾਲ ਭਰਿਆ ਹੋਇਆ ਹੈ, ਪਰ ਇਹ ਕਦੇ ਧਿਆਨ ਨਹੀਂ ਕੀਤਾ ਕਿ ਤੇਰਾ ਮੂਲ ਕੀ ਹੈ, ਤੇਰਾ ਮੁੱਢ ਕੀ ਹੈ, ਤੇਰੀ ਪਾਇਆ ਕੀ ਹੈ। ਪਰ ਤੂੰ ਹੰਕਾਰ ਬਹੁਤ ਜ਼ਿਆਦਾ ਕਰਦਾ ਹੈ, ਹੰਕਾਰ ਨਾਲ ਭਰਿਆ ਰਹਿੰਦਾ ਹੈ, ਹਰ ਇੱਕ ਚੀਜ਼ ਦੇ ਉੱਪਰ ਆਪਣਾ ਦਾਅਵਾ ਕਰਦਾ ਹੈ ਤੇ ਇਹ ਵੀ ਕਹਿੰਦਾ ਹੈ ਕਿ ਇਹ ਸਭ ਕੁਝ ਮੇਰਾ ਹੋ ਜਾਣਾ ਚਾਹੀਦਾ ਹੈ। ਇੰਨਾ ਹੰਕਾਰ ਤੇਰੇ ਅੰਦਰ, ਤੂੰ ਗੱਲਾਂ ਤੇ ਦੁਨੀਆ ਨੂੰ ਜਿੱਤਣ ਦੀਆਂ ਕਰ ਰਿਹਾ ਹੈ, ਪਰ ਤੈਨੂੰ ਆਪਣੇ ਆਪ ਦਾ ਪਤਾ ਨਹੀਂ ਹੈ ਕਿ ਤੇਰੀ ਜ਼ਿੰਦਗੀ ਦਾ ਸਮਾਂ ਕਿੰਨਾ ਕੁ ਹੈ। ਪਵਿੱਤਰ ਬਾਣੀ ਨੂੰ ਪੜ੍ਹੀਏ ਤੇ ਮਹਾਰਾਜ ਮਨੁੱਖ ਦੇ ਹੰਕਾਰ ਦੀ ਗੱਲ ਕਰਦਿਆਂ ਹੋਇਆਂ ਸਮਝਾਉਂਦੇ ਨੇ। ਆਪਣੇ ਆਪ ਨੂੰ ਸੰਬੋਧਨ ਕਰਕੇ ਮਹਾਰਾਜ ਕਹਿੰਦੇ, ਹੇ ਮੇਰੀ ਜਿੰਦੇ, ਤੂੰ ਐਵੇਂ ਹੀ ਹੰਕਾਰ ਕਰੀ ਜਾਨੀ ਹੈ, ਪਰ ਤੇਰੀ ਪਾਇਆ, ਤੇਰਾ ਵਜੂਦ ਤੇ ਬੜਾ ਥੋੜਾ ਹੈ, ਤੇਰਾ ਵਿੱਤ ਬੜਾ ਥੋੜਾ ਹੈ। ਤੈਨੂੰ ਮਿਲਿਆ ਹੋਇਆ ਜ਼ਿੰਦਗੀ ਦਾ ਸਮਾਂ ਪਤਾ ਨਹੀਂ ਕਦੋਂ ਪੂਰਾ ਹੋ ਜਾਣਾ। ਬੜੇ ਪਿਆਰੇ ਬਚਨ ਨੇ, ਤੂੰ ਕਾਏ ਗਰਭੈ ਬਾਵਲੀ। ਕਹਿੰਦੇ, ਤੂੰ ਐਵੇਂ ਹੰਕਾਰ ਕਰੀ ਜਾਨੀ ਮੇਰੀ ਜਿੰਦੇ, ਤੇਰੀ ਬੁਨਿਆਦ ਬੜੀ ਥੋੜੀ, ਪਤਾ ਨਹੀਂ ਕਿਹੜੇ ਵੇਲੇ ਇਹ ਜਿਹੜਾ ਮਿਲਿਆ ਹੋਇਆ ਸਰੀਰ ਹੈ ਪੰਜਾਂ ਤੱਤਾਂ ਵਿੱਚ ਲੀਨ ਹੋ ਜਾਣਾ ਹੈ। ਐਵੇਂ ਹੰਕਾਰ ਨਾ ਕਰਿਆ ਕਰ। ਤੂੰ ਕਾਏ ਗਰਭੈ ਬਾਵਲੀ, ਜੈਸੇ ਭਾਦੋਂ ਖੁੰਬਰਾਜ, ਤੂੰ ਤਾ ਤੇ ਖਰੀ ਉਤਾਵਲੀ। ਸਾਧ ਸੰਗਤ, ਭਾਦਰੋਂ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਅੰਦਰ ਜਿਸ ਵੇਲੇ ਬਾਰਿਸ਼ ਹੁੰਦੀ ਹੈ ਤੇ ਬਾਰਿਸ਼ ਦੇ ਨਾਲ ਬਹੁਤ ਜ਼ਿਆਦਾ ਭੜਾਸ, ਜਿਹੜੀ ਹੁਮਸ ਪੈਦਾ ਹੋ ਜਾਂਦੀ ਹੈ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਉਸ ਭੜਾਸ ਨਾਲ, ਹੁਮਸ ਨਾਲ, ਗਰਮੀ ਦੇ ਨਾਲ ਕੁਦਰਤੀ ਤੌਰ ਤੇ ਜ਼ਮੀਨ ਦੇ ਵਿੱਚੋਂ, ਧਰਤੀ ਵਿੱਚੋਂ ਖੁੰਬਾਂ ਪੈਦਾ ਹੁੰਦੀਆਂ ਨੇ। ਉਹਨਾਂ ਕੁਦਰਤੀ ਪੈਦਾ ਹੋਈਆਂ ਖੁੰਬਾਂ ਦੀ ਜਿਹੜੀ ਉਮਰ ਹੈ ਉਹ ਬੜੀ ਥੋੜੀ ਹੈ। ਕੁਝ ਸਮਾਂ ਪਹਿਲਾਂ ਵੇਖੋਗੇ ਜ਼ਮੀਨ ਵਿੱਚੋਂ ਖੁੰਬ ਜਿਹੜੀ ਹੈ ਥੋੜੀ ਜਿਹੀ ਬਾਹਰ ਨਿਕਲਦੀ ਹੈ ਤੇ ਕੁਝ ਘੰਟਿਆਂ ਦੇ ਬਾਅਦ ਉਹ ਜਿਹੜੀ ਖੁੰਬ ਹੈ ਜ਼ਮੀਨ ਵਿੱਚੋਂ ਬਾਹਰ ਨਿਕਲੀ, ਜਿੰਨਾ ਕੁ ਉਸ ਦਾ ਆਕਾਰ ਸੀ ਓਨੀ ਕੁ ਵੱਡੀ ਹੋ ਗਈ ਤੇ ਥੋੜੇ ਸਮੇਂ ਬਾਅਦ ਉਹ ਸਵਾਹ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਕਹਿੰਦੇ, ਤੇਰੀ ਬੁਨਿਆਦ ਤੇ ਉਸ ਖੁੰਬ ਨਾਲੋਂ ਵੀ ਘੱਟ, ਪਤਾ ਹੀ ਨਹੀਂ ਕਿਸ ਵੇਲੇ ਸਰੀਰ ਰੂਪੀ ਭਾਂਡੇ ਨੇ ਟੁੱਟ ਜਾਣਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਣਕਾ। ਕਹਿੰਦੇ, ਵਿਸਾਹ ਕੋਈ ਨਹੀਂ, ਭਰੋਸਾ ਕੋਈ ਨਹੀਂ, ਪਰ ਫਿਰ ਵੀ ਬੰਦਾ ਹੰਕਾਰ ਬਹੁਤ ਕਰਦਾ ਹੈ। ਹੰਕਾਰ ਦੇ ਵਿੱਚ ਇਹ ਕਹਿੰਦਾ ਹੈ, ਹਉ ਬੰਦੋਂ ਹਉ ਸਾਧੋਂ ਬੈਰ, ਹਮਰੀ ਭੂਮ ਕੌਣ ਘਾਲੈ ਪੈਰ। ਕਹਿੰਦਾ, ਤੇ ਸਾਰਾ ਕੁਝ ਮੇਰਾ ਹੀ ਹੈ, ਇਹ ਜ਼ਮੀਨ ਜਾਇਦਾਦ ਮੇਰੀ ਹੈ। ਕਹਿੰਦੇ, ਮੇਰੀ ਜ਼ਮੀਨ ਵਿੱਚ ਕੋਈ ਪੈਰ ਪਾ ਕੇ ਤੇ ਵਿਖਾਵੇ, ਮੈਂ ਉਹਨੂੰ ਬੰਨ੍ਹ ਲਵਾਂਗਾ, ਮਾਰ ਦੇਵਾਂਗਾ, ਉਹਦੇ ਨਾਲ ਵੈਰ ਕਮਾਵਾਂਗਾ, ਛੱਡਾਂਗਾ ਨਹੀਂ। ਜਿਹੜਾ ਮੇਰੀ ਭੋਏ ਵਿੱਚ ਪੈਰ ਪਾਏਗਾ, ਐਸੀਆਂ ਹੰਕਾਰ ਭਰੀਆਂ ਗੱਲਾਂ ਕਰਦਾ ਹੈ। ਪਰ ਸਾਧ ਸੰਗਤ, ਬੁਨਿਆਦ ਬੰਦੇ ਦੀ ਪਤਾ ਨਹੀਂ ਕੀ ਹੈ, ਪਤਾ ਨਹੀਂ ਕਦੋਂ ਹੁਕਮ ਆ ਜਾਣਾ ਹੈ। ਤੇ ਮਹਾਰਾਜ ਅੱਜ ਦੇ ਇਸ ਮੁਬਾਰਕ ਸ਼ਬਦ ਵਿੱਚ ਇਹੋ ਵਿਚਾਰ ਸਮਝਾਉਂਦੇ ਨੇ। ਗਰਬ ਵੱਡੋ, ਗਰਬ ਕਹਿੰਦੇ ਹੰਕਾਰ ਕਰਨਾ। ਕਹਿੰਦੇ, ਮਨੁੱਖ ਤੇਰਾ ਹੰਕਾਰ ਬੜਾ ਵੱਡਾ ਹੈ, ਤੂੰ ਹੰਕਾਰ ਨਾਲ ਭਰਿਆ ਹੋਇਆ ਹੈ ਤੇ ਇਹਨਾਂ ਹੰਕਾਰ 84 ਲੱਖ ਜੂਨਾਂ ਵਿੱਚੋਂ ਹੋਰ ਕੋਈ ਨਹੀਂ ਕਰਦਾ ਜਿੰਨਾ ਮਨੁੱਖ ਹੰਕਾਰ ਕਰਦਾ।
ਜਿੰਨਾ ਮਾਣ ਮਨੁੱਖ ਦੇ ਅੰਦਰ ਹੈ, ਜਿੰਨਾ ਹੰਕਾਰ ਮਨੁੱਖ ਦੇ ਅੰਦਰ ਭਰਿਆ ਹੋਇਆ ਹੈ, ਗਰਭ ਵੱਡੋ ਮੂਲ ਇਤਨੋ, ਕਹਿੰਦੇ ਤੇਰੀ ਪਾਇਆਂ ਤੇ ਬੜੀ ਥੋੜੀ ਹੈ, ਤੇਰਾ ਮੂਲ ਕੀ ਹੈ? ਬਾਣੀ ਨੇ ਦੱਸਿਆ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ, हाड मास नाड़ी को पिंजर पंखी बसे बिचारा प्राणी, क्या मेरा क्या तेरा जैसे तरवर पंख बसेरा। भगत रविदास जी समझाउंदे ने मां दी जिहड़ी रक्त ते पिता दे बिंद तो ये शरीर दी होंद बनी है, इहदे विच प्राण जिहड़े ने सवास चल रहे ने, जिन्नी देर साह चलदे उन्नी देर आदमी, हम आदमी हाँ एक दमी, मोहलत मोहत न जाना, नानक बिन में तिसै सरेवो जाके जी प्राणा। भगत रविदास जी समझाउंदे ने, कहंदे तू इस काया नूं पालण वास्ते बड़े यतन करदा है, राखो कंध उसारो नीवा। कहंदे बड़े वड्डे वड्डे महल तू उसार के बैठा होया है कि मैं इन्हां दे विच रहांगा, पर असलीयत तो यह है 3.5 हाथ तेरी सीमा। बंके बाल पाग सिर डेरी, ए तन होए गो भस्म की ढेरी। कहंदे बहुत सवार के सिर ते पग बनदा है, तन दे बड़े श्रृंगार करदा, पर असलीयत तो यह है कि ये तन ने स्वा दी ढेरी होना एक दिन। इस करके कदे भी हंकार नहीं करना चाहिए इस तन का, कदे भी हंकार ना करिए माया दा, कदे भी हंकार ना करिए सरीरक बल दा। पर मनुख जे माया आ जाए तां भी हंकार करदा, सरीरक बल दा बड़ा हंकार है। किसी अहुदे ते बैठ जावे तां हंकारी हो जांदा है। ते महाराज सुखमणी साहब दी पावन बाणी विच रोज समझाउंदे ने, सुखी बसे मस्कीनियां आप निवार तले, बड़े बड़े हंकारिया नानक गर्भ गले। कहंदे हंकारी लोग हंकार विच ही गल जांदे ने। ते फिर महाराज ने समझाया, जिसके अंतर राज अभिमान, सो नरकपाती होवत सुआन। जिन्हें इस गल का हंकार कर लिया कि मेरे कोल राज भाग है, कहंदे नरकगामी ते कुत्ता बनदा है वो मनुख। जो जाने मैं जोबनवंत सो होवत बिष्टा का जंत। जिन्हें यह हंकार कर लिया कि मेरे कोल सुंदरता बहुत है, मेरे वर्गा सोहना कोई नहीं, कहंदे इस हंकार विच रब नूं विसार के वो मनुख ते गंदगी दा कीड़ा ही है। इस करके बाणी दे विच थां थां ते महाराज ने समझाया, कहंदे एवें हंकार ना करया कर। इत्थे वेख बहुत वड्डी वड्डी उम्र वाले लोग होए ने, जिन्हां ने कखां दी कुल्ली विच ही सारी जिंदगी कट दिती। गहरी करके नीम खुदाई, ऊपर मंडप छाए, मार कंडे ते को अदकाई, जिन तृण धर मूंड बलाए। हमरो करता राम स्नेही, काहे रे नर गर्भ करत हो, बिनस जाए ए झूठी देही। कहंदे देह दा हंकार कादा, पता नहीं किहड़े वेले नाश हो जानी है, किहड़े वेले सदा आ जाना है। इस जीव ने इस तन विचों उडारी मार जानी है। ते भगतां ने बहुत सोहणियां उदाहरणां दे के समझाया। कहंदे वेख संसार दे अंदर सर्ब सोइन की लंका होती, रावण से अधकाई। कहाँ भयो दर बांधे हाथी, खिन में पई पराई। कहंदे रावण वर्गे भी नहीं रहे। मेरी मेरी कैरों करते दुर्योधन से भाई, 12 जोजन छतर चलै था, देही गिरजन खाई। दुर्वासा स्यों करत ठगौरी, जादव ए फल पाए। कहंदे जादवां दी कुल भी नाश हो गई। इत्थे दुर्योधन वर्गे बहुत वड्डियां जिन्हां दियां फौजां सन, वो भी आखिर मिट्टी विच रुल गए। रावण वर्गे जिन्हां दी लंका सोने दी
ਤੇ ਬੂਹੇ ਤੇ ਹਾਥੀ ਖੜ ਕੇ ਨਮਸਕਾਰਾਂ ਕਰਦੇ ਸਨ, ਉਹ ਵੀ ਨਹੀਂ ਰਹੇ। ਤੇ ਤੂੰ ਵੀ ਸੱਜਣਾ ਰਹਿਣਾ ਨਹੀਂ, ਮਤਾ ਐਵੇਂ ਹੰਕਾਰ ਵਿੱਚ ਫੁੱਲਿਆ ਰਹੇ। ਸਾਹਿਬ ਕਹਿੰਦੇ ਹੰਕਾਰ ਛੱਡ ਕੇ ਨਿਮਾਣਾ ਹੋ ਜਾ, ਨੀਵਾਂ ਹੋ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਰਹੋ। ਗਰਭ ਵੱਡੋ ਮੂਲ ਇਤਨੋ, ਕਹਿੰਦੇ ਮੂਲ ਵੇਖ ਤੇਰਾ ਕੀ ਹੈ, ਤੇ ਐਵੇਂ ਹੰਕਾਰ ਕਰੀ ਜਾਣਾ। ਰਹਿਣ ਨਹੀਂ ਗਾਹੋ ਕਿਤਨੋ, ਗਾਹ ਦਾ ਅਰਥ ਪਕੜ ਲੈਣਾ। ਕਹਿੰਦੇ ਸੰਸਾਰ ਵਿੱਚ ਪਤਾ ਨਹੀਂ ਕਿੰਨੇ ਦਿਨ ਦਾ ਸਮਾਂ ਮਿਲਿਆ, ਕਿੰਨੇ ਦਿਨ ਦੀ ਜ਼ਿੰਦਗੀ ਹੈ, ਤੇ ਇਹ ਵੀ ਗੱਲ ਅਟੱਲ ਹੈ ਕਿ ਤੂੰ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ, ਪਰ ਤੇਰੀ ਪਕੜ ਜਿਹੜੀ ਹੈ ਬਹੁਤ ਜ਼ਿਆਦਾ। ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ ਤੇਰੀ ਪਕੜ ਬਹੁਤ ਜ਼ਿਆਦਾ ਬਣੀ ਹੋਈ ਹੈ। ਰਹਿਣ ਨਹੀਂ ਗਾਹੋ ਕਿਤਨੋ, ਗਾਹੋ ਦਾ ਅਰਥ ਫੜ ਕੇ ਰੱਖਣਾ, ਪਕੜ ਕੇ ਰੱਖਣਾ। ਕਹਿੰਦੇ ਪਕੜ ਤੂੰ ਵਧੇਰੇ ਬਣਾ ਲਈ ਸੰਸਾਰ ਦੇ ਨਾਲ, ਪਰ ਪਤਾ ਹੈ ਕਿ ਸਾਰਾ ਕੁਝ ਰਹਿਣ ਵਾਲਾ ਨਹੀਂ, ਇਹ ਸਾਰਾ ਕੁਝ ਨਾਸ਼ਵਾਨ ਹੈ। ਮੈਂ ਵੀ ਇੱਕ ਦਿਨ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਤੇ ਤਲੰਗ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਬੜੇ ਪਿਆਰੇ ਬਚਨਾਂ ਰਾਹੀਂ ਸਮਝਾਉਂਦੇ ਨੇ। ਕਹਿੰਦੇ ਹੇ ਪ੍ਰਭੂ, ਮੈਨੂੰ ਸਮਝ ਨਹੀਂ, ਮੈਂ ਤਾਂ ਅਲਪ ਮਤ ਵਾਲਾ ਹਾਂ, ਤੁਸੀਂ ਆਪ ਕਿਰਪਾ ਕਰਕੇ ਮੈਨੂੰ ਸੋਝੀ ਬਖਸ਼ੋ। ਮੇਰੀ ਜ਼ਿੰਦਗੀ ਦਾ ਇਹ ਸਮਾਂ ਲੰਘਦਾ ਜਾ ਰਿਹਾ ਹੈ, ਪਰ ਮੈਂ ਕਦੇ ਇੱਧਰ ਧਿਆਨ ਨਹੀਂ ਦਿੱਤਾ। ਮੇਰੀ ਜ਼ਿੰਦਗੀ ਦਾ ਅੰਤ ਹੋਣ ਵਾਲਾ ਹੈ, ਪਰ ਮੈਂ ਦੁਨੀਆ ਦੇ ਜੇ ਰੰਗ ਤਮਾਸ਼ਿਆਂ ਵਿੱਚ ਹੀ ਫਸਿਆ ਹੋਇਆ ਹਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਕਹਿੰਦੇ ਮੈਂ ਤਾਂ ਇਹਨਾਂ ਪਦਾਰਥਾਂ ਦੇ ਵਿੱਚ ਹੀ ਫਸਿਆ ਹੋਇਆ। ਮੇਰੀ ਜ਼ਿੰਦਗੀ ਦੀ ਜਿਹੜੀ ਨਦੀ ਹੈ ਵਹਿੰਦੀ ਜਾ ਰਹੀ ਹੈ, ਤੇ ਮੈਂ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਆਪਣੇ ਅਸਲੇ ਨਾਲੋਂ ਦੂਰ ਹੋ ਚੁੱਕਾ ਹਾਂ। ਤੇ ਕਿਤੇ ਮਹਾਰਾਜ ਗੁਰੂ ਨਾਨਕ ਸਾਹਿਬ ਵੀ ਸਮਝਾਉਂਦੇ ਨੇ, ਜਕ ਅਰਜ਼ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੈਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰਮੋਏ ਅਜ਼ਰੈਲ ਗ੍ਰਿਫਤਾ ਦਿਲ ਹੇਚ ਨਾਦਾਨੀ। ਕਹਿੰਦੇ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ, ਅਸੀਂ ਸਾਰੇ ਮੌਤ ਦੀ ਗ੍ਰਿਫਤ ਵਿੱਚ ਹਾਂ, ਪਰ ਫਿਰ ਵੀ ਹੰਕਾਰ ਇੰਨਾ ਭਰਿਆ ਹੋਇਆ ਕਿ ਮਨੁੱਖ ਸਭ ਕੁਝ ਸੱਚ ਸਮਝ ਰਿਹਾ ਹੈ, ਸਭ ਕੁਝ ਦੇ ਨਾਲ ਪਕੜ ਬਣਾ ਕੇ ਬੈਠਾ ਹੋਇਆ ਹੈ। ਤੇ ਸਾਧ ਸੰਗਤ ਜਿਹੜੇ ਮਨੁੱਖ ਇਸ ਤਰ੍ਹਾਂ ਹੰਕਾਰ ਨਾਲ ਭਰੇ ਹੋਏ ਆਪਣੇ ਮੂਲ ਨੂੰ ਨਹੀਂ ਪਛਾਣਦੇ, ਤੇ ਮਹਾਰਾਜ ਉਹਨਾਂ ਨੂੰ ਸਮਝਾਉਂਦੇ ਨੇ, ਸਾਖਤ ਨਿਰਗੁਣ ਹਾਰਿਆ, ਆਪਣਾ ਮੂਲ ਪਛਾਣ। ਰਕਤ ਬਿੰਦ ਕਾ ਇਹ ਤਨ ਅਗਨੀ ਪਾਸ ਪ੍ਰਾਣ। ਮਹਾਰਾਜ ਕਹਿੰਦੇ ਇਹ ਸਾਖਤ ਬੰਦੇ ਰੱਬ ਤੋਂ ਭੁੱਲੇ ਹੋਏ, ਆਪਣੇ ਮੂਲ ਨੂੰ ਪਛਾਣ, ਤੇਰਾ ਮੂਲ ਕੀ ਹੈ। ਤੇ ਆਖਰ ਜਿਹੜੇ ਤਨ ਤੇ ਮਾਨ ਕਰੀ ਜਾਣਾ, ਇਹ ਤਨ ਤੇ ਅੱਗ ਦੇ ਵਿੱਚ ਸੜ ਜਾਣਾ ਆਖਰ। ਇਸ ਕਰਕੇ ਹੰਕਾਰ ਨਾ ਕਰਿਆ ਕਰ। ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 1430 ਅੰਗ ਆਪਾਂ ਪੜ੍ਹੀਏ, ਤੇ ਸਤਿਗੁਰੂ ਨੇ ਗੱਲ ਕੀਤੀ ਨਿਮਰਤਾ ਦੀ, ਨਿਵੇਂ ਸੋ ਗੌਰਾ ਹੋਏ ਦੀ ਗੱਲ ਕੀਤੀ ਹੈ। ਇੱਥੇ ਹੰਕਾਰ ਨੂੰ ਕਿਤੇ ਵੀ ਥਾਂ ਨਹੀਂ, ਹੰਕਾਰੀਆਂ ਨੂੰ ਥਾਂ ਨਹੀਂ। ਇੱਥੇ ਉਹਨਾਂ ਭਗਤਾਂ ਦੀ ਬਾਣੀ ਹੈ ਜਿਨ੍ਹਾਂ ਨੇ ਇਹ ਆਖਿਆ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਪਾਂ ਕੱਲ ਨੂੰ ਮਨਾਉਣਾ ਸਾਧ ਸੰਗਤ। ਤੇ ਮੈਂ ਬੇਨਤੀ ਕਰਾਂ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਲਿਖਣ ਦੇ ਕਾਰਜ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ੁਰੂ ਕੀਤੇ, ਪਾਵਨ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ, ਜਦੋਂ ਬਾਣੀ ਨੂੰ ਲਿਖਣ ਦਾ ਕਾਰਜ ਸ਼ੁਰੂ ਹੋਇਆ, ਬਾਣੀ ਵੱਖ-ਵੱਖ ਪੋਥੀਆਂ ਦੇ ਵਿੱਚ ਮੌਜੂਦ ਸੀ। ਉਸ ਵੇਲੇ ਲਾਹੌਰ ਦੇ ਰਹਿਣ ਵਾਲੇ 4 ਜਿਹੜੇ ਸਨ ਭਗਤ, ਉਹ ਵੀ ਸਤਿਗੁਰੂ ਦੇ ਕੋਲ ਆ ਗਏ।
ਤੇ ਮਹਾਰਾਜ ਦੇ ਕੋਲ ਆ ਕੇ ਬੇਨਤੀ ਕਰਨ ਲੱਗੇ, ਕਹਿੰਦੇ ਸਤਿਗੁਰੂ ਜੀ, ਅਸੀਂ ਸੁਣਿਆ ਹੈ ਕਿ ਤੁਸੀਂ ਬਾਣੀ ਦਾ ਇੱਕ ਗ੍ਰੰਥ ਤਿਆਰ ਕਰ ਰਹੇ ਹੋ ਤੇ ਇਸ ਗ੍ਰੰਥ ਦੇ ਅੰਦਰ ਵਿਤਕਰੇ ਬਗੈਰ ਤੁਸੀਂ ਭਗਤਾਂ ਦੀ ਬਾਣੀ ਲਿਖੀ ਹੈ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਕਿਸੇ ਜਾਤ ਦਾ, ਮਜ਼ਹਬ ਦਾ, ਵਰਨ ਦਾ ਕੋਈ ਵਿਤਕਰਾ ਨਹੀਂ। ਇਸ ਗ੍ਰੰਥ ਅੰਦਰ ਸਾਰਿਆਂ ਨੂੰ ਤੁਸੀਂ ਮਾਣ ਬਖਸ਼ਿਆ ਹੈ ਤੇ ਕਿਰਪਾ ਕਰਕੇ ਤੁਸੀਂ ਸਾਡੀ ਬਾਣੀ ਵੀ ਇਸ ਪਵਿੱਤਰ ਗ੍ਰੰਥ ਵਿੱਚ ਦਰਜ ਕਰੋ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਚਾਰ ਭਗਤਾਂ ਦੀ, ਪੀਲੂ, ਕਾਨ੍ਹਾ, ਛੱਜੂ ਤੇ ਸ਼ਾਹ ਹੁਸੈਨ, ਇਹਨਾਂ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਮਹਾਰਾਜ ਕਹਿੰਦੇ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਰਹੀ ਹੈ, ਕਹਿੰਦੇ ਉਹਨਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਇਕੱਤਰ ਕੀਤੀ ਹੈ। ਉਹਨਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਵੇਖੀ ਤੇ ਪਰਖੀ ਹੈ, ਕਸਵੱਟੀ ਤੇ ਪਰਖੀ ਹੈ, ਤੇ ਤਾਂ ਉਹਨਾਂ ਨੂੰ ਇਹ ਮਾਣ ਮਿਲ ਰਿਹਾ ਹੈ। ਉਹਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਰਹੇ ਨੇ। ਤੇ ਕਹਿਣ ਲੱਗੇ, ਮਹਾਰਾਜ ਫਿਰ ਸਾਡੀ ਬਾਣੀ ਵੀ ਸੁਣ ਲਓ, ਅਸੀਂ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਤੇ ਹਜੂਰ ਨੇ ਆਖਿਆ, ਜੇ ਤੁਹਾਡੀ ਬਾਣੀ ਗੁਰੂ ਨਾਨਕ ਦੀ ਕਸਵੱਟੀ ਤੇ ਖਰੀ ਉਤਰੇਗੀ ਤੇ ਬਿਨਾਂ ਸ਼ੱਕ ਤੁਹਾਡੇ ਸ਼ਬਦ ਵੀ ਦਰਜ ਹੋਣਗੇ, ਪਰ ਜੇ ਤੁਹਾਡੀ ਰਚਨਾ ਗੁਰਬਾਣੀ ਦੇ ਮੁਤਾਬਕ ਨਾ ਹੋਈ, ਵਿਚਾਰਧਾਰਾ ਵੱਖਰੀ ਹੋਈ, ਤੇ ਫਿਰ ਇਹ ਦਰਜ ਨਹੀਂ ਹੋਏਗੀ। ਕਹਿਣ ਲੱਗੇ, ਜੀ ਠੀਕ ਹੈ। ਹੁਣ ਇਹ ਚਾਰੇ ਭਗਤ ਜਿਹੜੇ ਸਨ, ਇਹ ਆਪਣੀਆਂ ਆਪਣੀਆਂ ਪੋਥੀਆਂ ਲੈ ਕੇ ਬਹਿ ਗਏ। ਭਾਈ ਗੁਰਦਾਸ ਜੀ, ਹੋਰ ਗੁਰਸਿੱਖ ਪਿਆਰੇ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਇਹਨਾਂ ਦੁਆਰਾ ਰਚੀ ਰਚਨਾ ਨੂੰ ਸੁਣ ਰਹੇ ਨੇ। ਤੇ ਪਹਿਲਾਂ ਵਾਰੀ ਜਿਹੜੀ ਹੈ ਸਭ ਤੋਂ ਪਹਿਲਾਂ ਕਾਨ੍ਹੇ ਦੀ ਆਈ। ਭਗਤ ਕਾਨ੍ਹਾ ਜੀ ਇਹ ਹੁਣ ਆਪਣੀ ਰਚਨਾ ਜਿਹੜੀ ਹੈ ਸੁਣਾਉਣ ਲੱਗੇ ਨੇ। ਤੇ ਇਹਦੀ ਰਚਨਾ ਦੇ ਅੰਦਰ ਜਿਹੜੇ ਸ਼ਬਦ ਸਨ ਉਹ ਵਿਦਵਾਨਾਂ ਨੇ ਦੱਸੇ ਨੇ। ਭਗਤ ਕਾਨ੍ਹਾ ਕਹਿਣ ਲੱਗਾ, ਉਹੀ ਰੇ ਮੈਂ ਉਹੀ ਰੇ, ਨਾਰਦ ਸਾਰਦ ਜਾ ਕੋ ਸੇਵੇਂ, ਸਭ ਸੇਵੇਂ ਦੇਵੀ ਦੇਵਾ ਰੇ, ਬ੍ਰਹਮਾ ਵਿਸ਼ਨ ਮਹੇਸ਼ ਅਰਾਧੇ, ਸਭ ਕਰਦੇ ਜਾ ਕੀ ਸੇਵਾ ਰੇ। ਜਦੋਂ ਇਹਨੇ ਬਚਨੇ ਨੇ ਕਹੇ ਤੇ ਮਹਾਰਾਜ ਕਹਿੰਦੇ, ਕਾਨ੍ਹਾ ਜੀ ਤੁਸੀਂ ਤੇ ਆਪਣੀ ਇੰਟਰੋਡਕਸ਼ਨ ਕਰਾਉਣ ਲੱਗ ਪਏ, ਆਪਣੀ ਵਡਿਆਈ ਕਰਨ ਲੱਗ ਪਏ। ਤੁਹਾਡੇ ਅੰਦਰ ਤੇ ਹੰਕਾਰ ਦੀ ਬੋਲੀ ਹੈ ਕਿ ਉਹੀ ਰੇ ਮੈਂ ਉਹੀ ਰੇ, ਨਾਰਦ ਸਾਰਦ ਜਾ ਕੋ ਸੇਵੇਂ, ਸਭ ਸੇਵੇਂ ਦੇਵੀ ਦੇਵਾ ਰੇ। ਕਹਿਣ ਲੱਗੇ, ਤੁਹਾਡੇ ਸ਼ਬਦ ਇੱਥੇ ਦਰਜ ਨਹੀਂ ਹੋ ਸਕਦੇ। ਇੱਥੇ ਤੇ ਉਹਨਾਂ ਦੀ ਬਾਣੀ ਦਰਜ ਹੋ ਰਹੀ ਹੈ ਜਿਨ੍ਹਾਂ ਨੇ ਆਖਿਆ ਸੀ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਥੇ ਤੇ ਉਹਨਾਂ ਦੇ ਸ਼ਬਦ ਦਰਜ ਹੋ ਰਹੇ ਨੇ ਜਿਨ੍ਹਾਂ ਅੰਦਰ ਇੰਨੀ ਨਿਮਰਤਾ ਆ ਗਈ, ਮੈਂ ਵਾਲੀ ਗੱਲ ਤੇ ਰਹੀ ਨਹੀਂ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਇੱਥੇ ਤੇ ਉਹਨਾਂ ਦੇ ਸ਼ਬਦ ਦਰਜ ਹੋ ਰਹੇ ਨੇ ਜਿਨ੍ਹਾਂ ਨੇ ਆਖਿਆ ਸੀ, ਹਉ ਨਾਹੀਂ ਕਿਛ ਮਹਿ ਨਾਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇੱਥੇ ਤੇ ਉਹਨਾਂ ਦੇ ਬਚਨ ਦਰਜ ਹੋ ਰਹੇ ਨੇ। ਤੁਹਾਡੀ ਰਚਨਾ ਵਿੱਚੋਂ ਤੇ ਹਉਮੈ ਦੀ ਝਲਕ ਪੈਂਦੀ ਹੈ, ਇਸ ਕਰਕੇ ਤੁਹਾਡੇ ਬਚਨ ਇੱਥੇ ਦਰਜ ਨਹੀਂ ਹੋਣਗੇ। ਤੇ ਸਾਧ ਸੰਗਤ ਜਿਸ ਵੇਲੇ ਕਾਨ੍ਹੇ ਨੂੰ ਮਹਾਰਾਜ ਨੇ ਮਨਾ ਕੀਤਾ, ਉਹ ਤੋਂ ਬਾਅਦ ਜਿਹੜਾ ਭਗਤ ਪੀਲੂ ਸੀ ਉਹਨੇ ਆਪਣੀ ਪੋਥੀ ਖੋਲੀ ਤੇ ਆਪਣੀ ਰਚਨਾ ਮਹਾਰਾਜ ਨੂੰ ਸੁਣਾਉਣ ਲੱਗਾ। ਤੇ ਪੀਲੂ ਨੇ ਆਖਿਆ, ਪੀਲੂ ਸਾਡੇ ਨਾਲੋਂ ਉਹ ਭਲੇ ਜੋ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋਡੇ ਨਾ ਆਲੂਦ ਪਏ। ਭਾਵ ਕਿ ਸਾਡੇ ਨਾਲੋਂ ਤਾਂ ਉਹ ਚੰਗੇ ਜਿਹੜੇ ਜੰਮਦਿਆਂ ਹੀ ਮਰ ਗਏ, 2-4 ਸਾਹ ਲਏ ਤੇ ਮਰ ਗਏ। ਭਾਵ ਸੰਸਾਰ ਦੇ ਮੋਹ ਮਾਇਆ ਵਿੱਚ ਫਸੇ ਹੀ ਨਹੀਂ। ਜਦੋਂ ਐਸੇ ਬਚਨ ਸੁਣੇ ਮਹਾਰਾਜ ਕਹਿਣ ਲੱਗੇ, ਤੁਹਾਡੀ ਰਚਨਾ ਦੇ ਵਿੱਚ ਨਿਰਾਸ਼ਤਾ ਦੀ ਝਲਕ ਹੈ। ਇਹ ਸੰਸਾਰ ਤੇ ਆਉਣਾ ਰੱਬੀ ਮਿਹਰ ਹੈ, ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਇਹ ਮੰਨਿਆ ਕਿ ਸੰਸਾਰ ਦੇ ਅੰਦਰ ਮੋਹ ਦਾ ਚਿੱਕੜ ਹੈ। ਪਰ ਭਗਤ ਜੀ
ਗੁਰੂ ਸਾਹਿਬ ਜੀ ਨੇ ਇਸ ਭਵਜਲ ਸਾਗਰ ਤੋਂ ਪਾਰ ਹੋਣ ਦੀ ਜੁਗਤ ਵੀ ਦੱਸੀ ਹੈ। ਇਸ ਕਰਕੇ ਨਿਰਾਸ਼ਤਾ ਦੇ ਵਿੱਚ ਆ ਕੇ ਇਹ ਕਹਿਣਾ ਕਿ ਜਿਉਂਦੇ ਹੀ ਮਰ ਜਾਣਾ ਚਾਹੀਦਾ, ਜੰਮਣ ਵੇਲੇ ਹੀ ਮਰ ਜਾਣਾ ਉਹ ਚੰਗੇ ਨੇ। ਭਗਤ ਜੀ, ਤੁਹਾਡੇ ਬਚਨਾਂ ਵਿੱਚੋਂ ਨਿਰਾਸ਼ਤਾ ਦੀ ਝਲਕ ਹੈ। ਇੱਥੇ ਤੇ ਬਾਣੀ ਸਾਨੂੰ ਆਸ਼ਾਵਾਦੀ ਬਣਾਉਂਦੀ ਹੈ। ਇਹ ਤੇ ਬਾਣੀ ਸਾਨੂੰ ਸੰਘਰਸ਼ ਕਰਨਾ ਸਿਖਾਉਂਦੀ ਹੈ। ਇਹ ਬਾਣੀ ਭਵਜਲ ਤੋਂ ਪਾਰ ਹੋਣ ਦੀ ਜੁਗਤ ਦੱਸਦੀ ਹੈ। ਜ਼ਿੰਦਗੀ ਜਿਉਣੀ ਕਿਵੇਂ ਸੋਝੀ ਕਰਵਾਉਂਦੀ ਹੈ। ਤੇ ਜੇ ਇਹ ਆਖੀਏ ਕਿ ਜ਼ਿੰਦਗੀ ਦੀ ਲੋੜ ਹੀ ਨਹੀਂ, ਜੰਮਦਿਆਂ ਹੀ ਮਰਨ ਵਾਲੇ ਚੰਗੇ ਨੇ, ਐਸੀ ਬਾਣੀ ਇਹ ਵੀ ਇੱਥੇ ਦਰਜ ਨਹੀਂ ਕੀਤੀ ਜਾ ਸਕਦੀ। ਜਦੋਂ ਭਗਤ ਪੀਲੂ ਦੀ ਬਾਣੀ ਵੀ ਦਰਜ ਨਾ ਹੋਈ ਤੇ ਸਾਧ ਸੰਗਤ ਫਿਰ ਅਗਲਾ ਨੰਬਰ ਜਿਹੜਾ ਸੀ ਨਾ ਉਹ ਭਗਤ ਛੱਜੂ ਦਾ ਸੀ। ਹੁਣ ਭਗਤ ਛੱਜੂ ਨੇ ਆਪਣੀ ਪੋਥੀ ਖੋਲੀ ਤੇ ਆਪਣੀ ਪੋਥੀ ਖੋਲ ਕੇ ਉਹਨੇ ਜਿਹੜੇ ਬਚਨ ਸਾਂਝੇ ਕੀਤੇ, ਕਹਿਣ ਲੱਗੇ ਕਾਗਦ ਸੰਧੀ ਪੂਤਰੀ ਤਉ ਨਾ ਤ੍ਰਿਆ ਨਿਹਾਰ। ਕਹਿੰਦੇ ਇਸਤਰੀ ਭਾਵੇਂ ਕਾਗਜ਼ ਦੇ ਪੁਤਲਾ ਵੀ ਹੋਵੇ ਤਾਂ ਵੀ ਨਹੀਂ ਦੇਖਣੀ ਚਾਹੀਦੀ। ਜਦੋਂ ਐਸੇ ਬਚਨ ਸੁਣੇ ਮਹਾਰਾਜ ਨੇ ਇਸਤਰੀ ਦੀ ਨਿਰਾਦਰੀ ਵਾਲੇ, ਕਹਿਣ ਲੱਗੇ ਤੁਸੀਂ ਇਸਤਰੀ ਦਾ ਨਿਰਾਦਰ ਕਰ ਰਹੇ ਹੋ, ਪਰ ਗੁਰੂ ਨਾਨਕ ਦੇ ਘਰ ਇਸਤਰੀ ਨੂੰ ਮਾਣ ਦਿੱਤਾ ਗਿਆ, ਵਡਿਆਈ ਦਿੱਤੀ ਗਈ। ਤੇ ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦਾ, ਦਾਅਵੇ ਨਾਲ ਕਹਿੰਦਾ ਕਿ ਗੁਰੂ ਨਾਨਕ ਤੋਂ ਪਹਿਲਾਂ ਇੰਨਾ ਮਾਣ ਤੇ ਸਤਿਕਾਰ ਕਦੇ ਵੀ ਇਸਤਰੀ ਨੂੰ ਨਹੀਂ ਮਿਲਿਆ ਜਿੰਨਾ ਮਾਣ ਤੇ ਵਡਿਆਈ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ ਹੋਈ ਹੈ। ਕਹਿਣ ਲੱਗੇ ਇੱਥੇ ਤੇ ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ, ਪੰਡ ਜੰਮੀਏ ਪੰਡ ਨਿੰਮੀਏ ਪੰਡ ਮੰਗਣ ਵੀ ਆ, ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਾਹ, ਪੰਡ ਮੂਆ ਪੰਡ ਭਾਲੀਏ ਪੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇੱਥੇ ਤੇ ਮਾਣ ਦਿੱਤਾ ਗਿਆ ਇਸਤਰੀ ਨੂੰ। ਇੱਥੇ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅੰਦਰ ਮਾਤਾ ਖੀਵੀ ਨੂੰ ਬੜਾ ਮਾਣ ਮਿਲਿਆ ਹੈ। ਬਲਵੰਡ ਖੀਵੀ ਨੇਕ ਜਨ ਜਿਉ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ, ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸ਼ੌ ਸੋਏ ਜਨ ਗੋਏ ਉਠਾਲੀ। ਇੱਥੇ ਤੇ ਮਾਤਾ ਖੀਵੀ ਨੂੰ ਮਾਣ ਦਿੱਤਾ ਗਿਆ, ਉਹਨਾਂ ਦਾ ਨਾਮ ਬਾਣੀ ਵਿੱਚ ਦਰਜ ਕਰਕੇ ਸਾਰੀ ਦੁਨੀਆ ਉਹਨਾਂ ਅੱਗੇ ਸਿਰ ਝੁਕਾਉਂਦੀ ਹੈ। ਤੇ ਤੁਸੀਂ ਕਹਿ ਰਹੇ ਹੋ ਕਿ ਇਸਤਰੀ ਇੰਨੀ ਮਾੜੀ ਹੈ, ਉਹ ਕਾਗਜ਼ ਦੀ ਤਸਵੀਰ ਹੋਵੇ, ਕਾਗਜ਼ ਦਾ ਪੁਤਲਾ ਹੋਵੇ ਤੇ ਤਾਂ ਵੀ ਨਹੀਂ ਉਹਨੂੰ ਵੇਖਣਾ ਚਾਹੀਦਾ। ਤੁਹਾਨੂੰ ਇਹੋ ਜੀਆਂ ਗੱਲਾਂ ਕਰਦਿਆਂ ਇਸਤਰੀ ਦਾ ਤੁਸੀਂ ਮਾਣ ਨਹੀਂ ਰੱਖਿਆ, ਨਿਰਾਦਰ ਕੀਤਾ ਹੈ। ਐਸੇ ਬਚਨ ਤੁਹਾਡੇ ਇੱਥੇ ਦਰਜ ਨਹੀਂ ਹੋ ਸਕਦੇ। ਜਦੋਂ ਭਗਤ ਛੱਜੂ ਨੂੰ ਵੀ ਮਹਾਰਾਜ ਨੇ ਮਨਾ ਕਰ ਦਿੱਤਾ ਤੇ ਉਹ ਤੋਂ ਬਾਅਦ ਭਗਤ ਸ਼ਾਹ ਹੁਸੈਨ, ਚੌਥਾ ਨੰਬਰ ਉਹਦਾ, ਭਗਤ ਸ਼ਾਹ ਹੁਸੈਨ ਜੀ ਉਹਨਾਂ ਨੇ ਆਪਣੀ ਪੋਥੀ ਖੋਲੀ ਤੇ ਉਹਨਾਂ ਨੇ ਆਖਿਆ ਵੀ ਹੁਣ ਕਾਨੇ ਨੇ, ਪੀਲੂ ਨੇ, ਛੱਜੂ ਨੇ ਕੰਮ ਵਿਗਾੜ ਲਿਆ ਏ। ਮੈਂ ਕੋਈ ਵੀ ਐਸੀ ਗੱਲ ਨਹੀਂ ਕਰਾਂਗਾ ਜਿਹਦੇ ਨਾਲ ਕੋਈ ਮਸਲਾ ਵਿਗੜਦਾ ਹੋਵੇ। ਉਹਨਾਂ ਨੇ ਇੱਕ ਐਸਾ ਸ਼ਬਦ ਸੁਣਾਇਆ ਜਿਹੜਾ ਬਿਲਕੁਲ ਨਵੇਕਲਾ ਸੀ, ਇਹਨਾਂ ਨਾਲੋਂ ਵੱਖਰਾ ਸੀ। ਉਹ ਕਹਿਣ ਲੱਗੇ ਚੁੱਪ ਵਿਅੜਿਆ ਚੁੱਪ, ਬੋਲਣ ਦੀ ਨਹੀਂ ਜਾ ਵਿਅੜਿਆ, ਬੋਲਣ ਦੀ ਨਹੀਂ ਜਾ ਵਿਅੜਿਆ, ਅੰਦਰ ਬਾਹਰ ਇੱਕ ਹੀ ਕਿਸ ਨੂੰ ਕਹੀਏ ਸੁਨਾ ਵਿਅੜਿਆ। ਕਹਿੰਦੇ ਇੱਥੇ ਬੋਲਣ ਦੀ ਲੋੜ ਨਹੀਂ, ਚੁੱਪ ਹੀ ਭਲੀ ਹੈ। ਤੇ ਸਤਿਗੁਰੂ ਨੇ ਆਖਿਆ ਤੁਹਾਡੀ ਬਾਣੀ ਵੀ ਦਰਜ ਨਹੀਂ ਹੋਣੀ, ਕਿਉਂਕਿ ਚੁੱਪ ਕਰਕੇ ਬਹਿਣਾ ਇਹ ਵੀ ਗੁਰਮਤਿ ਦਾ ਸਿਧਾਂਤ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਇੱਥੇ ਮਹਾਰਾਜ ਨੇ ਆਖਿਆ ਚੁੱਪ ਕਰਕੇ ਵੀ ਨਹੀਂ ਬਹਿਣਾ। ਤੇ ਨਾ ਹੀ ਸਤਿਗੁਰੂ ਨੇ ਬਹੁਤਾ ਬੋਲਣ ਵਾਲਿਆਂ ਨੂੰ ਪ੍ਰਵਾਨ ਕੀਤਾ। ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਇੱਥੇ ਬਹੁਤਾ ਬੋਲਣ ਵਾਲੇ ਵੀ ਮਹਾਰਾਜ ਕਹਿੰਦੇ ਪ੍ਰਵਾਨ ਨਹੀਂ। ਤੇ ਨਾ ਹੀ ਮਹਾਰਾਜ ਨੇ ਮੋਨੀਆਂ ਨੂੰ ਪ੍ਰਵਾਨ ਕੀਤਾ। ਬੋਲ ਸੁਧਰ ਮੀੜਿਆ ਮੋਨ ਕਤ ਧਾਰੀ ਰਾਮ। ਤੇ ਕਹਿੰਦੇ ਕੀ ਬੋਲੀਏ,
महाराज कहते ऐसे बोल बोलने चाहिए ने जिहदे नाल पत मिलती होवे, इज्जत मिले दरगाह दे विच। बाबा बोलिए पत होए, ऊतम से दर ऊतम कईयां नीच कर्म बै रोए। कहते इत्थे बोलना की है, ये भी गुरु दे कोलों समत लैनी है। मूहों के बोलन बोलीए जित सुन धरे प्यार। अमृत वेला सच नाओ वड्याई विचार। ਕਹਿੰਦੇ ਇੱਥੇ ਉਹ ਬੋਲ ਪ੍ਰਵਾਨ ਨੇ ਜਿਨ੍ਹਾਂ ਦੇ ਵਿੱਚ ਹੰਕਾਰ ਨਾ ਹੋਵੇ, ਜਿਨ੍ਹਾਂ ਦੇ ਵਿੱਚ ਪਰਮੇਸ਼ਰ ਦੀ ਉਸਤਤ ਹੋਵੇ। ਉਹ ਬੋਲ ਪ੍ਰਵਾਨ ਨੇ। ਨਾ ਹੀ ਇੱਥੇ ਬਹੁਤਾ ਬੋਲਣ ਦੀ ਗੱਲ ਹੈ, ਨਾ ਹੀ ਚੁੱਪ ਰਹਿਣ ਦੀ ਗੱਲ ਹੈ। ਮਹਾਰਾਜ ਕਹਿੰਦੇ ਤੁਹਾਡੇ ਬਚਨ ਵੀ ਦਰਜ ਨਹੀਂ ਹੋਣਗੇ। ਭਗਤ ਕਾਨਾ ਨੂੰ ਕਹਿਣ ਲੱਗੇ ਤੁਹਾਡੇ ਬਚਨਾਂ ਵਿੱਚੋਂ ਹਉਮੈ ਦੀ ਝਲਕ ਮਿਲ ਰਹੀ ਹੈ। ਭਗਤ ਪੀਲੂ ਨੂੰ ਕਹਿਣ ਲੱਗੇ ਤੁਹਾਡੀ ਬਾਣੀ ਨਿਰਾਸ਼ਾਵਾਦੀ ਹੈ। ਭਗਤ ਛੱਜੂ ਨੂੰ ਕਹਿਣ ਲੱਗੇ ਤੁਹਾਡੀ ਬਾਣੀ ਦੇ ਵਿੱਚ ਇਸਤਰੀ ਦਾ ਕੋਈ ਸਤਿਕਾਰ ਨਹੀਂ। ਇਸ ਕਰਕੇ ਇਹ ਬਚਨ ਦਰਜ ਨਹੀਂ ਹੋਣਗੇ। ਇੱਥੇ ਉਹਨਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਨੇ ਨਿਮਰਤਾ ਦੇ ਵਿੱਚ ਆ ਕੇ ਪਰਮੇਸ਼ਰ ਦੀ ਬੰਦਗੀ ਕੀਤੀ ਤੇ ਆਪਣੇ ਆਪ ਨੂੰ ਪਰਮੇਸ਼ਰ ਦੇ ਦਾਸ ਜਾਣਿਆ, ਸੇਵਕ ਜਾਣਿਆ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਵੀ ਆਪਣੇ ਆਪ ਨੂੰ ਦਾਸ ਕਹਿ ਰਹੇ, ਕਿਤੇ ਸ਼ਾਇਰ ਕਹਿੰਦੇ ਨੇ, ਕਿਤੇ ਆਪਣੇ ਆਪ ਨੂੰ ਨੀਚ ਵੀ ਕਹਿ ਰਹੇ ਨੇ। ਭਾਵ ਇੰਨੀ ਜ਼ਿਆਦਾ ਨਿਮਰਤਾ, ਕਿਤੇ ਹਉਮੈ ਹੰਕਾਰ ਉਹਨਾਂ ਦੇ ਅੰਦਰ ਨਜ਼ਰ ਨਹੀਂ ਆ ਰਿਹਾ। ਕਿਉਂਕਿ ਇੱਥੇ ਹੰਕਾਰ ਦੀ ਗੱਲ ਹੀ ਨਹੀਂ, ਇੱਥੇ ਗੱਲ ਨਿਮਰਤਾ ਦੀ ਹੈ। ਹਜੂਰ ਇੱਥੇ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਗਰਭ ਵੱਡੋ मूल इतनो रहन नहीं गहो कितनो। कहते तू संसार अंदर पता नहीं किन्ने दिन रहना है ते मल्लां बहुत वड्डियां वड्डियां मार रहा है। आखिर सारा कुछ संसार दे विच ही रह जाना है। बेबरजत बेद संतना आहू स्यों रे हितनो। बेबरजत भाव जिस चीज तो वरजिया जाए। बेबरजत बेद संतना। इत्थे बेद दा अर्थ है धर्म ग्रंथ ते संत दा अर्थ है संत जन महापुरुष। कहंदे जिन्हां कम्मां तो तैनूं धर्म ग्रंथ महापुरुष सियाणे लोक वरजदे ने, वाहू स्यों रे हितनो। तो उन्हां कम्मां नाल हित पा लिया जिन्हां तो वरजिया जांदा है। ਤੇ ਸਾਧ ਸੰਗਤ ਮਨੁੱਖ ਦੀ ਕਮਜ਼ੋਰੀ ਹੈ। ਜਿਵੇਂ ਪਾਣੀ ਹਮੇਸ਼ਾ ਨਿਵਾਣ ਨੂੰ ਜਾਂਦਾ ਹੈ ਨਾ, ਉਸੇ ਤਰ੍ਹਾਂ ਮਨੁੱਖ ਦਾ ਸੁਭਾਅ ਵੀ ਹੈ ਕਿ ਜਿਸ ਕੰਮ ਤੋਂ ਰੋਕਿਆ ਜਾਏ ਉਹ ਕੰਮ ਇਹ ਵਾਰ-ਵਾਰ ਕਰੇਗਾ। ਵਾਰ-ਵਾਰ ਜਿਹੜੇ ਕੰਮ ਤੋਂ ਮਨਾ ਕਰੀਏ ਉਹ ਕੰਮ ਇਹਨੇ ਜ਼ਰੂਰ ਜਾਣ ਬੁੱਝ ਕੇ ਕਰਨਾ ਹੈ। ਤੇ ਆਪਾਂ ਸਾਰੇ ਜਾਣਦੇ ਹਾਂ, ਜਿਵੇਂ ਬੱਚਿਆਂ ਨੂੰ ਕਹੀਏ ਕਿ ਫਲਾਣਾ ਕੰਮ ਤੁਸੀਂ ਨਹੀਂ ਕਰਨਾ, ਫਲਾਣੀ ਚੀਜ਼ ਨਹੀਂ ਖਾਣੀ, ਉਹ ਜਾਣ ਬੁੱਝ ਕੇ ਕੰਮ ਕਰਨਗੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਮਨੁੱਖ ਦੇ ਇਸ ਸੁਭਾਅ ਦੀ ਤੁਲਨਾ ਡੰਗਰਾਂ ਨਾਲ ਕੀਤੀ ਗਈ ਹੈ। ਕਹਿੰਦੇ ਡੰਗਰ ਜਦੋਂ ਚਾਰੀ ਦੇ ਸਨ, ਤੇ ਤੁਸੀਂ ਇੱਕ ਗੱਲ ਨੋਟ ਕੀਤੀ ਹੋਵੇਗੀ, ਜਿਹੜੇ ਡੰਗਰ ਨੇ ਉਹ ਪਰਾਈਆਂ ਖੇਤੀਆਂ ਦੇ ਵਿੱਚ ਜਾ ਕੇ ਵੜ ਜਾਂਦੇ, ਮੂੰਹ ਮਾਰਦੇ, ਉੱਥੋਂ ਚਾਰਾ ਖਾਂਦੇ ਨੇ। ਤੇ ਆਪਾਂ ਵਾਰ-ਵਾਰ ਜਾ ਕੇ ਮੋੜਦੇ ਹਾਂ, ਤੇ ਮੋੜਨ ਦੇ ਬਾਵਜੂਦ ਵੀ ਮੁੜਦੇ ਨਹੀਂ। ਬਾਣੀ ਨੇ ਫੈਸਲਾ ਦੇ ਦਿੱਤਾ, ਕਹਿੰਦੇ ਮਨੁੱਖ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ ਜਿਵੇਂ ਮਾਤਾ ਭੈਂਸਾ ਅਮੋਹਾ ਜਾਏ, ਕੁੱਦ ਕੁੱਦ ਚਰੈ ਰਸਾਤਲ ਪਾਏ। ਕਹਿੰਦੇ ਮਨੁੱਖ ਦੀ ਹਾਲਤ ਵੀ ਇਹੀ ਹੈ ਕਿ ਜਿਨ੍ਹਾਂ ਕੰਮਾਂ ਤੋਂ ਵਰਜਿਆ ਜਾਏ ਉਹ ਕੰਮ ਜਾਣ ਬੁੱਝ ਕੇ ਕਰੇਗਾ। ਤੇ ਭਗਤ ਕਬੀਰ ਸਾਹਿਬ ਕਹਿੰਦੇ ਇਹ ਗੱਲ ਨਹੀਂ ਕਿ ਮਨੁੱਖ ਨੂੰ ਪਤਾ ਨਹੀਂ। ਸ਼ਰਾਬ ਦੀ ਬੋਤਲ ਬੰਦੇ ਦੇ ਹੱਥ ਵਿੱਚ ਹੋਵੇ, ਉਹਦੇ ਤੇ ਲਿਖਿਆ ਹੁੰਦਾ ਵੀ ਸ਼ਰਾਬ ਪੀਣੀ ਸਿਹਤ ਲਈ ਨੁਕਸਾਨਦੇਹ ਹੈ। ਲਿਖਿਆ ਹੁੰਦਾ ਸਾਰੀਆਂ ਬੋਤਲਾਂ ਤੇ, ਪਤਾ ਵੀ ਹੈ ਫਿਰ ਵੀ ਪੀ ਰਿਹਾ ਹੈ। ਤੰਬਾਕੂ ਦੀ ਪੁੜੀ ਹੱਥ ਵਿੱਚ ਲਈ ਹੈ, ਉੱਤੇ ਜਵਾੜਾ ਬਣਿਆ ਹੋਇਆ ਕੈਂਸਰ ਨਾਲ ਗਲਿਆ ਹੋਇਆ। ਬਹੁਤ ਮੋਟੇ ਅੱਖਰਾਂ ਵਿੱਚ ਲਿਖਿਆ ਕਿ ਤੰਬਾਕੂ ਸੇ ਕੈਂਸਰ ਹੋਤਾ ਹੈ, ਪਰ ਫਿਰ ਵੀ ਬੰਦਾ ਉਹਦਾ ਸੇਵਨ ਕਰੀ ਜਾ ਰਿਹਾ ਹੈ। ਜਾਣਦਾ ਸਾਰਾ ਕੁਝ ਹੀ ਹੈ, ਪਰ ਫਿਰ ਵੀ ਹਟਦਾ ਨਹੀਂ,
ਕਬੀਰ ਸਾਹਿਬ ਕਹਿੰਦੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਕਹਿੰਦੇ ਜੇ ਕਿਸੇ ਬੰਦੇ ਨੇ ਹੱਥ ਵਿੱਚ ਦੀਵਾ ਫੜਿਆ ਹੋਵੇ ਤੇ ਫਿਰ ਵੀ ਖੂਹ ਵਿੱਚ ਡਿੱਗ ਪਵੇ, ਕਹਿੰਦੇ ਉੱਥੇ ਫਿਰ ਅਫਸੋਸ ਕਰਨਾ ਨਹੀਂ ਬਣਦਾ। ਹਾਂ, ਜੇ ਕੋਈ ਬੰਦਾ ਜਾਣਦਾ ਨਾ ਹੋਵੇ, ਹਨੇਰਾ ਹੋਵੇ, ਖੂਹ ਦੇ ਵਿੱਚ ਡਿੱਗ ਪਵੇ, ਫਿਰ ਤੇ ਅਫਸੋਸ ਕਰਨਾ ਬਣਦਾ ਹੈ। ਪਰ ਜੇ ਜਾਣਨ ਦੇ ਬਾਵਜੂਦ ਵੀ ਖੂਹ ਵਿੱਚ ਡਿੱਗੇ ਤੇ ਫਿਰ ਅਫਸੋਸ ਨਹੀਂ। ਸਾਧ ਸੰਗਤ ਜਿੰਨੇ ਵੀ ਮਾੜੇ ਕਰਮ ਨੇ, ਮਨੁੱਖ ਸਾਰੇ ਜਾਣਦਾ ਹੈ ਕਿ ਆਹ ਕਰਮ ਕਰਾਂਗਾ ਤੇ ਆਹ ਫਲ ਮਿਲੇਗਾ, ਆਹ ਕਰਾਂਗਾ ਆਹ ਮਿਲੇਗਾ, ਜਾਣਦਾ ਸਾਰਾ ਕੁਝ ਹੀ, ਫਿਰ ਵੀ ਮਾੜੇ ਕਰਮਾਂ ਵਿੱਚ ਲੱਗਿਆ ਹੋਇਆ ਹੈ। ਤੇ ਕਬੀਰ ਸਾਹਿਬ ਕਹਿੰਦੇ ਮਨੁੱਖ ਦੀ ਹਾਲਤ ਉਸ ਬੰਦੇ ਵਰਗੀ ਜਿਹਦੇ ਹੱਥ ਵਿੱਚ ਦੀਵਾ ਸੀ ਫਿਰ ਵੀ ਖੂਹ ਵਿੱਚ ਡਿੱਗ ਪਿਆ। ਇੱਥੇ ਮਹਾਰਾਜ ਕਹਿੰਦੇ ਜਿਹੜੇ ਕੰਮਾਂ ਤੋਂ ਧਰਮ ਗ੍ਰੰਥਾਂ ਨੇ ਵਰਜਿਆ, ਪਰਾਇਆ ਹੱਕ ਮਾਰਨਾ, ਚੁਗਲੀ, ਨਿੰਦਿਆ, ਬਖੀਲੀ, ਪਰ ਤਨਗਾਮੀ ਹੋਣਾ, ਨਸ਼ੇ ਵਿਸ਼ੇ, ਇਹ ਸਾਰੇ ਕੰਮਾਂ ਤੋਂ ਮਹਾਰਾਜ ਰੋਕਦੇ ਬਾਣੀ ਅੰਦਰ। ਪਰ ਮਨੁੱਖ ਜਾਣ ਬੁੱਝ ਕੇ ਉਹਨਾਂ ਕੰਮਾਂ ਦੇ ਵਿੱਚ ਲੱਗਾ ਰਹਿੰਦਾ ਹੈ। ਹਾਰ ਜੁਆਰ ਜੂਆ ਵਿਦੇ, ਇੰਦਰੀ ਵਸ ਲੈ ਜਿਤਨੋ। ਕਹਿੰਦੇ ਜਿਸ ਤਰ੍ਹਾਂ ਜੂਏ ਦਾ ਆਦੀ ਮਨੁੱਖ ਉਹ ਜੂਆ ਖੇਡਣਾ ਨਹੀਂ ਛੱਡਦਾ। ਤੇ ਤੁਸੀਂ ਸੁਣਿਆ ਹੋਵੇਗਾ ਮਿਥਿਹਾਸ ਦੇ ਅੰਦਰ ਇੱਕ ਗਾਥਾ ਹੈ ਜੂਏ ਦੇ ਬਾਰੇ, ਕਿ ਜਿਸ ਵੇਲੇ ਪੰਜੇ ਪਾਂਡਵ ਜੂਆ ਖੇਡ ਰਹੇ ਹੁੰਦੇ ਨੇ ਤੇ ਪਾਂਡਵ ਜੂਏ ਦੇ ਵਿੱਚ ਸਾਰਾ ਕੁਝ ਹੀ ਹਾਰ ਜਾਂਦੇ ਨੇ। ਵੇਖੋ, ਸਾਰਾ ਕੁਝ ਹਾਰ ਗਏ, ਉਸ ਤੋਂ ਬਾਅਦ ਵੀ ਜੂਆ ਖੇਡਣਾ ਨਹੀਂ ਛੱਡ ਰਹੇ। ਤੇ ਜਿਹੜੇ ਨਾਲ ਸਾਥੀ ਸਨ ਉਹਨਾਂ ਕਿਹਾ ਵੀ ਤੁਸੀਂ ਸਾਰਾ ਕੁਝ ਹਾਰ ਚੁੱਕੇ ਹੋ, ਪਰ ਜੇ ਤੁਸੀਂ ਸਾਰਾ ਕੁਝ ਵਾਪਸ ਪ੍ਰਾਪਤ ਕਰਨਾ ਹੈ ਤਾਂ ਇੱਕ ਬਾਜੀ ਹੋਰ ਖੇਡ ਕੇ ਵੇਖੋ। ਕਹਿੰਦੇ ਜੀ ਸਾਡੇ ਕੋਲ ਤੇ ਹੁਣ ਬਾਜੀ ਤੇ ਲਾਉਣ ਵਾਸਤੇ ਕੁਝ ਵੀ ਨਹੀਂ ਰਿਹਾ। ਕਹਿੰਦੇ ਆਪਣੀ ਘਰਵਾਲੀ ਲਾ ਦਿਓ ਬਾਜੀ ਤੇ ਹੁਣ। ਤੇ ਪੰਜਾਂ ਪਾਂਡਵਾਂ ਨੇ ਆਪਣੀ ਇਕਲੌਤੀ ਪਤਨੀ ਦ੍ਰੋਪਦੀ ਉਹਨੂੰ ਜੂਏ ਦੀ ਬਾਜੀ ਤੇ ਲਾ ਦਿੱਤਾ ਤੇ ਉਹ ਵੀ ਹਾਰ ਗਏ। ਫਿਰ ਸੋ ਇਸ ਤਰ੍ਹਾਂ ਦੀਆਂ ਸਾਖੀਆਂ ਤੋਂ ਸਿੱਧ ਹੁੰਦਾ ਕਿ ਜੂਏ ਦਾ ਆਦੀ ਮਨੁੱਖ ਸਭ ਕੁਝ ਗਵਾ ਕੇ ਵੀ ਜੂਆ ਖੇਡਣਾ ਨਹੀਂ ਛੱਡਦਾ। ਤੇ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਜੂਏ ਦਾ ਆਦੀ ਸਾਰਾ ਕੁਝ ਗਵਾ ਕੇ ਵੀ ਜੂਆ ਖੇਡਣ ਦੀ ਆਦਤ ਨਹੀਂ ਛੱਡਦਾ, ਇਸੇ ਤਰ੍ਹਾਂ ਇੰਦਰੀ ਵਸ ਲੈ ਜਿਤਨੋ। ਕਹਿੰਦੇ ਇਹਨਾਂ ਇੰਦਰੀਆਂ ਨੇ ਮਨੁੱਖ ਨੂੰ ਜਿੱਤ ਲਿਆ, ਆਪਣੇ ਵਸ ਵਿੱਚ ਕਰ ਲਿਆ। ਵਾਸ਼ਨਾਵਾਂ ਦੇ ਵਿੱਚ ਮਨੁੱਖ ਫਸਿਆ ਹੋਇਆ ਹੈ। ਜਿੰਨਾ ਮਰਜੀ ਇਹਨੂੰ ਸੋਝੀ ਦੇਈਏ, ਸਮਝਾਈਏ, ਇਹ ਜਿਹੜਾ ਇੰਦਰੀਆਂ ਦੇ ਵਸ ਵਿੱਚ ਪੈ ਚੁੱਕਾ ਹੈ, ਚਸਕਿਆਂ ਦੇ ਵਿੱਚ ਪੈ ਚੁੱਕਾ ਹੈ, ਤੇ ਉਹਦੇ ਵਿੱਚੋਂ ਹੁਣ ਬਾਹਰ ਨਹੀਂ ਨਿਕਲ ਸਕਦਾ। ਹਰਨ ਭਰਨ ਸੰਪੂਰਣਾ, ਚਰਨ ਕਮਲ ਰੰਗ ਰਿਤਨੋ। ਹਰਨ ਭਰਨ ਜਿਹੜਾ ਪਲਾਂ ਦੇ ਵਿੱਚ ਖਾਲੀ ਨੂੰ ਭਰ ਸਕਦਾ, ਭਰੇ ਨੂੰ ਖਾਲੀ ਕਰ ਸਕਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਭਾਵ ਉਹ ਨਿਰੰਕਾਰ ਪਰਮੇਸ਼ਰ ਜਿਹੜਾ ਪਲਾਂ ਦੇ ਵਿੱਚ ਜਲ ਤੇ ਥਲ ਕਰ, ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਐਡਾ ਸਮਰੱਥ ਹੈ। ਕਹਿੰਦੇ ਵਾਹੂ, ਕਹਿੰਦੇ ਉਹਦੇ ਨਾਮ ਦੇ ਵਿੱਚ ਇਹ ਨਹੀਂ ਜੁੜ ਸਕਿਆ। ਹਰਨ ਭਰਨ ਸੰਪੂਰਣਾ, ਚਰਨ ਕਮਲ ਰੰਗ ਰਿਤਨੋ। ਰਿਤਨੋ ਦਾ ਅਰਥ ਖਾਲੀ ਰਹਿ ਜਾਣਾ। ਰੀਤਾ ਸ਼ਬਦ ਹੈ, ਰੀਤਾ ਜਾਂ ਰੀਤੇ ਸ਼ਬਦ ਵੀ ਬਾਣੀ ਵਿੱਚ ਆਉਂਦਾ, ਇਹਦਾ ਅਰਥ ਖਾਲੀ। ਕਹਿੰਦੇ ਜਿਹੜਾ ਪਲਾਂ ਦੇ ਵਿੱਚ ਖਾਲੀ ਨੂੰ ਭਰਨ ਵਾਲਾ, ਭਰੇ ਨੂੰ ਖਾਲੀ ਕਰਨ ਵਾਲਾ ਵਾਹਿਗੁਰੂ ਹੈ, ਕਹਿੰਦੇ ਉਹਦੇ ਚਰਨਾਂ ਨਾਲ ਨਹੀਂ ਜੁੜ ਸਕਿਆ, ਉਹਦੇ ਪ੍ਰੇਮ ਤੋਂ ਸਖਣਾ ਰਹਿ ਗਿਆ। ਨਾਨਕ ਉਧਰੇ ਸਾਧ ਸੰਗ, ਕਿਰਪਾ ਨਿਧ ਮੈਂ ਦਿੱਤਨੋ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਪੰਜਵੇਂ ਸਰੂਪ ਦੇ ਵਿੱਚ ਬੇਨਤੀ ਕਰਦੇ ਨੇ ਕਿ ਦਾਸ ਨਾਨਕ ਨੂੰ ਗੁਰੂ ਨੇ ਮਿਹਰ ਕਰਕੇ ਸਾਧ ਸੰਗਤ ਦੀ ਬਖਸ਼ਿਸ਼ ਕਰ ਦਿੱਤੀ ਹੈ। ਪਰਮੇਸ਼ਰ ਨੇ ਆਪ ਕਿਰਪਾ ਕਰਕੇ
ਦਾਸ ਨਾਨਕ ਨੂੰ ਸਾਧ ਸੰਗਤ ਦੀ ਬਖਸ਼ਿਸ਼ ਕੀਤੀ ਹੈ ਤੇ ਦਾਸ ਨਾਨਕ ਸਾਧ ਸੰਗਤ ਦੇ ਵਿੱਚ ਜੁੜ ਕੇ ਮੇਰਾ ਵੀ ਕਹਿਣ ਲੱਗੇ ਉਧਾਰ ਹੋ ਗਿਆ ਹੈ। ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ। ਕਿਰਪਾ ਦੇ ਖਜ਼ਾਨੇ ਵਾਹਿਗੁਰੂ ਨੇ ਸਾਧ ਸੰਗਤ ਵਿੱਚ ਜੁੜਨ ਦੀ ਦਾਤ ਮੈਨੂੰ ਦਿੱਤੀ ਹੈ ਤਰੁੱਠ ਕੇ, ਤੇ ਸੰਗਤ ਵਿੱਚ ਜੁੜ ਕੇ ਮੇਰਾ ਵੀ ਉਧਾਰ ਹੋ ਗਿਆ ਹੈ। ਗੁਰਮੁਖਾਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਾਂਗੇ ਤਾਂ ਰੱਬ ਦਾ ਚੇਤਾ ਆਏਗਾ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੇ ਮਿੱਤਰ ਅਸਾਡੜੇ ਸੇਈ, ਹਉ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ। ਐਸੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਦਾਸ ਨਾਨਕ ਦਾ ਚਿੱਤ ਵੀ ਪ੍ਰਭੂ ਚਰਨਾਂ ਨਾਲ ਜੁੜ ਗਿਆ। ਅੰਦਰੋਂ ਹਉਮੈ ਤੇ ਹੰਕਾਰ ਮੁੱਕ ਗਿਆ। ਆਪਣੇ ਮੂਲ ਦੀ ਪਛਾਣ ਹੋ ਗਈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੈਂ ਮਨ ਨੂੰ ਹੁਣ ਸਮਝਾ ਲਿਆ, ਜਿਸ ਤਰ੍ਹਾਂ ਮਹਾਰਾਜ ਹਿਰਨ ਨੂੰ ਸਮਝਾਉਂਦੇ ਨੇ। ਕਹਿੰਦੇ ਤੂੰ ਸੁਣ ਹਰਨਾ ਕਾਲਿਆ, ਕੀ ਵਾੜੀਏ ਰਾਤਾ ਰਾਮ। ਬਿਖ ਫਲ ਮੀਠਾ ਚਾਰਦਿਆਂ ਫਿਰ ਹੋਵੇ ਤਾਤਾ ਰਾਮ। ਜਿਵੇਂ ਹਿਰਨ ਵਾੜਾਂ ਨੂੰ ਟੱਪ ਕੇ ਤੇ ਹਰੀਆਂ ਖੇਤੀਆਂ ਖਾਂਦਾ ਜਾ ਕੇ, ਮਨ ਨੂੰ ਸਮਝਾਇਆ ਇਹ ਮਣਾ ਤੂੰ ਵੀ ਮਰਿਆਦਾ ਦੀ ਵਾੜ ਟੱਪ ਕੇ ਵਿਕਾਰ ਭੋਗਦਾ ਫਿਰਦਾ ਏ। ਇਹ ਸੁੱਖ ਸਦੀਵੀ ਨਹੀਂ ਹਨ, ਥੋੜ ਚਿਰੇ ਹਨ, ਅੰਤ ਦੁੱਖ ਪਾਏਗਾ। ਕਹਿੰਦੇ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਸਦਕਾ ਹੁਣ ਮੈਂ ਮਨ ਨੂੰ ਵਸ ਵਿੱਚ ਕਰ ਲਿਆ। ਵਿਕਾਰਾਂ ਵਾਲੇ ਫੁਰਨੇ ਅੰਦਰ ਨਹੀਂ ਬਣ ਰਹੇ। ਹੁਣ ਗੁਰੂ ਦੀ ਮਿਹਰ ਸਦਕਾ ਪਰਮੇਸ਼ਰ ਦੇ ਚਰਨਾਂ ਨਾਲ ਸੁਰਤ ਜੁੜੀ ਰਹਿੰਦੀ ਹੈ। ਸਤਿਗੁਰੂ ਰਹਿਮਤ ਕਰਨ ਆਪਾਂ ਵੀ ਸਾਰੇ ਗੁਰੂ ਕੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰੀਏ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ ਸਹੀ ਪਿਆਰੇ ਮੇਲ। ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਨਾ ਚਿਤਾਰਨੀਆਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ